Welcome to BJP headquarters. Mike. गुड मॉर्निंग। शुरू करिए आप। शुरू करिए। सत श्री अकाल सारिਆਂ ਨੂੰ। ਅੱਜ ਦੀ ਇਸ ਬਹੁਤ ਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਪੀਸੀ ਨੂੰ ਵਿਸ਼ੇਸ਼ ਤੌਰ ਤੇ ਸਰਦਾਰ PS ਗਿੱਲ ਜੀ, ਆਪ ਜੀ ਪੰਜਾਬ ਦੇ ਸਾਬਕਾ DGP ਹੋ ਤੇ BJP ਦੇ ਬਹੁਤ ਹੀ ਸੀਨੀਅਰ ਆਗੂ ਹੋ ਤੇ ਆਪ ਤੁਸੀਂ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰੋਗੇ। ਉਹਨਾਂ ਦੇ ਨਾਲ ਸਾਡੇ ਨਾਲ ਜੈਸਮੀਨ ਸੰਧਾਵਾਲੀਆ ਜੀ, ਆਪ ਜੀ BJP ਦੇ ਪੰਜਾਬ ਮੀਡੀਆ ਸੈੱਲ ਦੇ ਕਨਵੀਨਰ ਹੋ ਤੇ ਮੈਂ ਹੁਣ ਗਿੱਲ ਸਾਹਿਬ ਨੂੰ ਅਨੁਰੋਧ ਕਰਦਾ। ਸਭ ਤੋਂ ਪਹਿਲਾਂ ਪ੍ਰੀਸੀ ਸਟਾਰਟ ਕਰਨ ਤੋਂ ਪਹਿਲਾਂ ਅੱਜ ਇੱਕ ਬਹੁਤ ਦੁਖਦ ਖਬਰ ਆਈ ਹੈ ਸਾਡੇ ਵਿੱਚ। ਲਤਾ ਮੰਗੇਸ਼ਕਰ ਜੀ ਜੋ ਬਹੁਤ ਹੀ ਇੱਕ ਵੱਡੇ ਕਲਾਕਾਰ ਸਾਡੇ ਦੇਸ਼ ਦੇ ਵਿੱਚ ਸਾਡੇ ਨਹੀਂ ਰਹੇ ਤੇ ਮੈਂ PC ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਅਨੁਰੋਧ ਕਰਦਾ ਕਿ ਅਸੀਂ 2 ਮਿੰਟ ਦਾ ਖੜੇ ਹੋ ਕੇ ਉਹਨਾਂ ਵਾਸਤੇ ਸ਼ੋਕ ਰੱਖੀਏ। ओम शांति शांति शांति। वाहिगुरु विछड़ी रूह ਨੂੰ ਆਪਦੇ ਚਰਨਾਂ 'ਚ ਸਥਾਨ ਦੇ। ਅੱਜ ਦੀ ਪ੍ਰੈਸ ਕਾਨਫਰੰਸ ਸ਼ੁਰੂ ਕਰਦੇ ਹੋਏ ਮੈਂ ਸਰਦਾਰ PS ਗਿੱਲ ਸਾਹਿਬ ਨੂੰ ਅਨੁਰੋਧ ਕਰਦਾ ਕਿ ਉਹ ਆਪਣੀ ਗੱਲ ਸਾਡੇ ਸਾਰਿਆਂ 'ਚ ਰੱਖਣ ਤੇ ਮੁੱਦਿਆਂ ਤੇ ਚਾਨਣਾ ਪਾਉਣ। ਮਾਈਕ ਇਜ਼ ਰਿਕਾਰਡਿੰਗ पूरा फेसबुक पर आवाज़ नहीं आ रही। शुरुआत विच मैं कोड सेट करदा कि ड्रग्स का प्रॉब्लम एक है प्रॉब्लम। आम तौर पर आप डिनाई करते इस चीज़ को, सारी गवर्नमेंट्स भी डिनाई करती हैं, लोग भी डिनाई करते हैं। मैं कहना कि प्रॉब्लम है और पंजाब विच प्रॉब्लम है। दूसरी गल ये मैं दसना चाहना कि ये जिन्ने भी ड्रग्स पंजाब विच इस्तेमाल होंदे हैं ये पंजाब विचों प्रोड्यूस नहीं होंदे, ये बाहरों आउंदे। हेरोइन अफगानिस्तान तो चल के वाया पाकिस्तान पंजाब विच आउंदी है। ओपीएम डोडे ये सारे राजस्थान मध्य प्रदेश तो चल के पंजाब विच आउंदे हैं। ते मैडिसिनल ते कैमिकल ड्रग्स जिहड़े है ये दूसरे स्टेटां चों फार्मा कंपनीज तो बन के पंजाब विच आउंदे हैं। इस करके बहुत ज़रूरी है कि ਜਿਹੜਾ ਇਹ ਬਾਹਰੋਂ ਆ ਰਿਹਾ ਮਾਲ ਇਹਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ, ਇੰਟਰਨੈਸ਼ਨਲ ਬਾਰਡਰ ਤੇ ਜਾਂ ਸਟੇਟ ਬਾਰਡਰਸ ਦੇ ਉੱਤੇ।
ਇਹਦੀ ਰੁਕਾਵਟ ਅਗਰ ਹੋ ਜਾਏ ਤਾਂ ਪ੍ਰੋਬਲਮ ਕਾਫੀ ਹੱਦ ਤੱਕ ਹੱਲ ਹੋ ਜਾਂਦੀ। ਲੇਕਿਨ ਦੂਸਰੇ ਪਹਿਲੂ ਇਹ ਹੈ ਕਿ ਮਾਲ ਆ ਕਿਉਂ ਰਿਹਾ ਹੈ, ਇਹ ਚੀਜ਼ਾਂ ਆ ਕਿਉਂ ਰਹੀਆਂ, ਕਿਉਂਕਿ ਉਹਦੀ ਡਿਮਾਂਡ ਹੈ। ਡਿਮਾਂਡ ਇਸ ਕਰਕੇ ਹੈ ਕਿ ਜਿਹੜੇ ਯੂਥ ਹੈ ਫਰਸਟ੍ਰੇਟਡ ਹੈ ਕਿਸੇ ਵਜ੍ਹਾ ਨਾਲ, ਘਰੋਂ, ਬਿਜ਼ਨਸ ਤੋਂ, ਜੌਬਸ ਤੋਂ, ਤੇ ਉਹ ਇਹਨੂੰ ਇਸਤੇਮਾਲ ਕਰਦੇ ਹੈ। ਜਿਹੜੇ ਟਰੱਕ ਡਰਾਈਵਰਸ ਹੈ ਜ਼ਿਆਦਾ ਟਾਈਮ ਡਿਊਟੀ ਕਰਨਾ ਚਾਹੁੰਦੇ ਹੈ, ਲੇਬਰ ਹੈਗੀ ਹੈ, ਉਹ ਵੀ ਇਹਨੂੰ ਇਸਤੇਮਾਲ ਕਰਦੇ ਹੈ। ਤੋ ਇਹ ਡਰੱਗਸ ਜਿਹੜੇ ਹੈ ਜਿਹਦੀ ਆਪਾਂ ਡਿਮਾਂਡ ਬੰਦ ਨਹੀਂ ਕਰਾਂਗੇ, ਇਹ ਬਾਹਰੋਂ ਆਉਂਦੇ ਰਹਿਣਗੇ। ਸਭ ਤੋਂ ਡੇਂਜਰਸ ਡਰੱਗ ਜਿਹੜਾ ਹੈਗਾ ਉਹ ਹੈ ਜਿਹਨੂੰ ਅੱਜ ਕੱਲ੍ਹ ਪੰਜਾਬ ਵਿੱਚ ਚਿੱਟਾ ਕਹਿੰਦੇ ਹੈ। ਇਹ ਚਿੱਟਾ ਹੈਰੋਇਨ ਚੋਂ ਡਿਰਾਈਵਡ ਹੈ, ਹੈਰੋਇਨ ਤੋਂ ਮੋਰਫੀਨ ਦੇ ਬਾਅਦ ਇਹ ਕੈਮੀਕਲ ਟ੍ਰੀਟਮੈਂਟ ਕਰਕੇ ਇਹ ਚਿੱਟਾ ਬਣਾਇਆ ਜਾਂਦਾ ਹੈ। ਔਰ ਇਹ ਇੱਕ ਵਾਰੀ ਕੋਈ ਬੱਚਾ ਇਹਨੂੰ ਸ਼ੁਰੂ ਕਰ ਦੇ, ਇਹਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ ਔਰ ਅਲਟੀਮੇਟਲੀ ਲੀਡਸ ਟੂ ਡੈਥ। ਤੋ ਇਹ ਸਿਚੁਏਸ਼ਨ ਪੰਜਾਬ ਵਿੱਚ ਹੈ। ਕਈ ਗਵਰਨਮੈਂਟਸ ਆਈਆਂ ਤੇ ਕਈ ਗਵਰਨਮੈਂਟਸ ਗਈਆਂ, ਕੋਸ਼ਿਸ਼ ਹਰੇਕ ਨੇ ਕੀਤੀ, ਲੇਕਿਨ ਇਹਨੂੰ ਆਪਾਂ SIT ਬਣਾ ਕੇ ਜਾਂ ਪ੍ਰੋਸੀਕਿਊਸ਼ਨ ਵਧਾ ਕੇ ਜਾਂ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਇਹਨੂੰ ਆਪਾਂ ਰੋਕ ਨਹੀਂ ਸਕਦੇ। ਜਿੰਨੀ ਦੇਰ ਤੱਕ ਸਾਰੀ ਸੁਸਾਇਟੀ ਇਨਵੋਲਵ ਨਹੀਂ ਹੁੰਦੀ, ਕੱਲੀ ਪੁਲਿਸ ਜਾਂ ਕੱਲੀ ਕੋਈ ਏਜੰਸੀ, ਡਰੱਗ ਇਨਫੋਰਸਮੈਂਟ ਏਜੰਸੀ ਕੱਲੀਆਂ ਇਹਨਾਂ ਤੋਂ ਕਰਨੀ, ਇਹਨਾਂ ਨੂੰ ਹੈ ਕਿ ਅਸੀਂ ਪ੍ਰੋਸੀਕਿਊਸ਼ਨ ਕਿੰਨੀ ਵੱਧ ਤੋਂ ਵੱਧ ਕਰੀਏ। ਉਹਨਾਂ ਦੇ ਫਿਗਰਸ ਪੁੱਛੇ ਜਾਂਦੇ ਤਾਂ ਕਿੰਨੇ ਬੰਦੇ ਫੜੇ, ਕਿੰਨੇ ਪ੍ਰੋਸੀਕਿਊਟ ਹੋਏ, ਕਿੰਨੇ ਜੇਲ੍ਹ 'ਚ ਗਏ, ਲੇਕਿਨ ਦੈਟ ਇਜ਼ ਨਾਟ ਦੀ ਐਂਡ ਆਫ ਦਾ ਪ੍ਰੋਬਲਮ। ਐਂਡ ਆਪਾਂ ਤਾਂ ਹੀ ਕਰ ਸਕਦੇ ਹਾਂ ਕਿ ਸਾਰੀ ਸੁਸਾਇਟੀ ਨੂੰ ਅਵੇਅਰ ਕਰੀਏ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ BJP ਨੇ ਜਿਹੜਾ ਪਲਾਨ ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਆਪਾਂ ਇਨਫੋਰਸਮੈਂਟ ਤੇ ਰੀਹੈਬਿਲਿਟੇਸ਼ਨਸ ਸ਼ੁਰੂ ਕਰਾਂਗੇ। ਰੀਹੈਬਿਲਿਟੇਸ਼ਨ ਇਕੱਲੀ ਆਪਣੇ ਆਪ ਨਹੀਂ ਕੰਮ ਕਰਦੀ, ਰੀਹੈਬਿਲਿਟੇਸ਼ਨ ਤੋਂ ਬਾਅਦ ਉਸ ਬੱਚੇ ਨੂੰ ਐਡਜਸਟ ਵੀ ਉਸ ਐਡਿਕਟ ਨੂੰ ਐਡਜਸਟ ਕਰਨਾ ਹੈ, ਨਹੀਂ ਤਾਂ ਫਿਰ ਦੁਬਾਰਾ ਉਸੇ ਚੀਜ਼ ਵਿੱਚ ਪੈ ਜਾਏਗਾ। ਤੋ ਰੀਹੈਬਿਲਿਟੇਸ਼ਨ ਪ੍ਰੋਗਰਾਮਸ, ਰੀਐਡਜਸਟਮੈਂਟ ਪ੍ਰੋਗਰਾਮਸ ਐਂਡ ਡਿਸਟ੍ਰਿਕਟ ਵਾਈਜ਼ ਇਨਫੋਰਸਮੈਂਟ ਜਿਹੜੀ ਹੈ ਉਹਦੇ ਨਾਲ ਅਸੀਂ ਸੋਚਾਂਗੇ ਔਰ ਪਲਾਨ ਕਰਾਂਗੇ ਕਿਸ ਤਰੀਕੇ ਨਾਲ ਇਹਨੂੰ ਰੋਕਿਆ ਜਾ ਸਕਦਾ ਹੈ। ਮੈਂ ਤੁਹਾਡੇ ਵਾਸਤੇ ਕੁਝ ਫਿਗਰਸ ਸਲਾਈਡਸ ਬਣਾਈਆਂ ਜਿਹਦੇ ਨਾਲ ਤੁਹਾਨੂੰ ਕੁਝ ਆਈਡੀਆ ਆ ਸਕਦਾ ਹੈ ਕਿ ਆਪਾਂ ਇਸ ਵਕਤ ਇਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਫੇਸ ਕਰ ਰਹੇ ਹਾਂ। ਇਨ ਬਿਟਵੀਨ ਅਗਰ ਤੁਸੀਂ ਕੋਈ ਸਵਾਲ ਵੀ ਪੁੱਛਣਾ ਚਾਹੇ ਤਾਂ ਜ਼ਰੂਰ ਪੁੱਛ ਸਕਦੇ हैं। ਇਸ ਸਲਾਈਡਸ ਜਾਂ ਕਾਪੀਜ਼ ਵੀ ਬਣਾ ਕੇ ਤੁਹਾਨੂੰ ਦੇ ਸਕਦੇ ਹਾਂ। ਹੋਰ ਕੋਈ ਡੇਟਾ ਚਾਹੀਦਾ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ। ਪਾਕਿਸਤਾਨ ਦੀ ISI ਪੂਰੇ ਜ਼ੋਰ ਸ਼ੋਰ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਯੂਥ ਨੂੰ ਖਰਾਬ ਕੀਤਾ ਜਾਏ, ਇੱਥੇ ਇਹੋ ਜਿਹੇ ਡਰੱਗਸ ਭੇਜੇ ਜਾਣ ਜਿਹਦੇ ਨਾਲ ਉਹਨਾਂ ਦੀਆਂ ਐਡਿਕਸ਼ਨ ਵਧੇ। ਪੰਜਾਬੀਅਤ ਜਿਹੜੀ ਇਸ ਵਕਤ ਇੱਕ ਦੇਸ਼ ਦੇ ਬਾਂਹ ਬਣ ਕੇ ਤਾਕਤ ਬਣ ਕੇ ਬਾਰਡਰ ਤੇ ਖੜੀ ਹੈ ਕਿ ਉਹ ਕਿਸ ਤਰੀਕੇ ਨਾਲ ਵੀਕ ਕੀਤਾ ਜਾਏ। ਅੱਗੇ ਇਹ ਚੀਜ਼ਾਂ ਬਾਈ ਹੈਂਡ ਹੁੰਦੀਆਂ ਸੀ, ਬਾਈ ਕੋਰੀਅਰ ਹੁੰਦੀਆਂ ਸੀਗੀਆਂ, ਜਾਂ ਉਹ ਪਾਈਪਸ ਦੇ ਵਿੱਚ ਉਹਨਾਂ ਨੂੰ ਪਲਾਸਟਿਕ ਦੇ ਵਿੱਚ ਬੰਦ ਕਰਕੇ ਰੱਸੀ ਨਾਲ ਖਿੱਚ ਕੇ ਅੰਦਰ ਆਉਂਦੀਆਂ ਸੀ। ਹੁਣ ਇਸ ਵੇਲੇ ਉਹੀ ਮਟੀਰੀਅਲ ਜਿਹੜਾ ਬਾਈ ਡਰੋਨ ਆ ਰਿਹਾ ਤੇ ਇੱਥੇ ਕਈ ਪੋਲੀਟੀਕਲ ਪਾਰਟੀਜ਼ ਹੈ ਉਹ ਇਸ ਚੀਜ਼ ਨੂੰ ਕੁਐਸਚਨ ਕਰਦੀਆਂ ਕਿ ਜੀ BSF ਨੂੰ ਜੂਰਿਸਡਿਕਸ਼ਨ ਕਿਉਂ ਵਧਾਤੀ, ਆਹ ਕੀ ਕਰਤਾ, ਸਾਡੇ ਵੱਲੋਂ ਸਾਡੀ ਪਾਵਰ ਲੈ ਲਈ ਤੁਸੀਂ, ਸਾਡੇ ਆਹ ਕਰਤਾ। ਦੇ ਡੋਂਟ ਰੀਅਲਾਈਜ਼ that it is important to stop this thing from coming. And ਇਸ ਅਗਰ BSF ਦੀ ਜੂਰਿਸਡਿਕਸ਼ਨ ਵਧੀ ਹੈ ਬਿਕੋਜ਼ ਦੇ ਕੈਨ, ਉਹ ਉਸੇ ਜਗ੍ਹਾ ਤਾਂ ਰੋਕ ਨਹੀਂ ਸਕਦੇ ਇਸ ਡਰੋਨ ਨੂੰ, ਉਹਨੂੰ ਕਈ ਵਾਰੀ ਚੇਸ ਕਰਨਾ ਪੈਂਦਾ, ਉਹਨੂੰ ਉਹਦੇ 'ਤੇ ਫਾਇਰ ਕਰਨਾ ਪੈਂਦਾ।
तो दे डेफिनेटली नीड दिस जुरिस्डिक्शन। मैं तो चाहना कि ਇਹ ਤੋਂ ਵੀ ਵਧਾ ਕੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਹਦੇ ਨਾਲ ਇਸ ਚੀਜ਼ ਤੇ ਰੋਕ ਪਾਇਆ ਜਾ ਸਕਦਾ ਹੈ। सर अगर रिहैबिलिटेशन सेंटर्स की बात करें पंजाब में तो ज़्यादा अच्छी नहीं है। जो भी नशा छुड़वाने के लोग वहाँ जाते हैं तो वहाँ पर भी जो है छोड़ने की बजाय मुझे लगता है कि वो ज़्यादा टॉक्सिक होगा और दिन खुलते हैं। आपकी बात बिल्कुल सही है। दीज सेंटर्स आर नॉट वेल मैनेज्ड, लेकिन गवर्नमेंट्स क्या कर सकती हैं? बेसिकली इंफ्रास्ट्रक्चर प्रोवाइड कर सकती हैं, रिलीफ प्रोवाइड कर सकती हैं। इनकी मैनेजमेंट सोसाइटी ने करनी है। सोसाइटी के साथ ही इसका ताल्लुक होता है और सोसाइटी में ही किस तरीके से ऑर्गेनाइजेशंस को बना के इस पर कंट्रोल करना चाहिए। क्या प्लान है सर भारतीय जनता पार्टी का? क्या प्लान है अगर सत्ता में आते हैं तो किस तरीके से आगे? भारतीय जनता पार्टी का प्लान ये है कि डिस्ट्रिक्ट वाइज रिहैबिलिटेशन सेंटर्स बना के उनको अच्छी तरह मैनेजमेंट करवाई जाए और उसके बाद उन बच्चों को जो रिहैबिलिटेशन से निकलते हैं उनको ठीक तरीके से मैनेज किया जाए, उनको स्किल्स दी जाए, उनको इन्वॉल्व किया जाए, कोई टारगेट्स दिए जाएं और उनको कोई जॉब्स दिए जाएं जिस तरीके से वो वापस ना उस चीज़ में गिरे। और डिस्ट्रिक्ट लेवल तक ही एसआईटी बनाई। एक स्टेट लेवल एसआईटी बनाने से 4 अफसर लगाने से कुछ नहीं होगा। डिस्ट्रिक्ट में एसआईटी होनी चाहिए जो इस पर पाबंदी लगाएंगे। सर रिहैब सेंटर्स ਹਜੇ ਵੀ ਸਾਡੇ ਕੋਲ ਬਹੁਤ ਨੇ, ਲੇਕਿਨ ਕੀ ਵੱਖਰੇ ਰਿਹੈਬ ਸੈਂਟਰਸ ਹੋਊਗਾ, ਕੀ ਵੱਖਰਾ ਹੋਏਗਾ ਉਹਨਾਂ ਦੇ ਵਿੱਚ? ਕਿਉਂਕਿ ਹਜੇ ਵੀ ਇਹੀ ਨੇ ਰਿਹੈਬ ਸੈਂਟਰਸ ਦੇ ਵਿੱਚ ਜਾਂਦੇ ਨੇ, ਬਾਅਦ ਚ ਆ ਕੇ ਫਿਰ ਉਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਕਿਸ ਤਰੀਕੇ ਨਾਲ ਵੱਖਰਾਪਨ ਕਰੋਗੇ? ਵੱਖਰਾਪਨ ਇਹ ਹੈ ਕਿ ਜਦੋਂ ਰਿਹੈਬ ਤੋਂ ਬਾਹਰ ਨਿਕਲਦੇ ਹੈ ਉਸ ਬੱਚਿਆਂ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਏ ਸੋ ਦੈਟ ਉਹ ਵਾਪਸ ਉੱਥੇ ਨਾ ਜਾਣ। सर ਇਸ ਵਾਸਤੇ ਸੈਵਰਲ ਸਕੀਮ ਸਾਡੇ ਵਾਸਤੇ ਤਿਆਰ ਹੈਗੀਆਂ ਜਿਹੜੀਆਂ ਕਿ ਸੱਤਾ ਵਿੱਚ ਆਉਣ ਵਾਸਤੇ ਬਾਅਦ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ। सर एक हरियाणा, पंजाब, हिमाचल, राजस्थान का एक जॉइंट टास्क फोर्स भी बना था नशे को पकड़ने के लिए। सभी स्टेट्स के जो मुख्यमंत्री हैं इसके अंदर इन्वॉल्व है, कमेटी बनी है 4-5 स्टेट्स की, दिल्ली भी है उसमें, उत्तराखंड भी है। उसके बावजूद भी किसी तरीके से पंजाब में कोई कमी नहीं दिखाई दी। कमी नहीं आई क्योंकि सामान वहाँ से ही आ रहा है। JNK से कैनबिस आती है, पार से हेरोइन आती है, राजस्थान से ओपीएम आता है। तो रुकावट तो अगर जितनी देर तक वो स्टेट्स अपनी जगह पे ना रोकेंगे तो वो सामान तो आएगा। इसलिए सेंट्रल गवर्नमेंट उन स्टेट्स पर प्रेशर डाल सकती है कि आप ये जो मटेरियल है पंजाब की तरफ ना भेजें। हम तो स्ट्रिक्टली इन्फोर्स कर सकते हैं बॉर्डर्स पर, लेकिन दूसरा पहलू ये है कि डिमांड नहीं ख़त्म हो रही। डिमांड ख़त्म करने के लिए मैसिव प्रोपेगेंडा प्रोग्राम्स जो हैं वो लॉन्च करने चाहिए। जैसे टोबैको का टीवी पर रोज़ आ जाता है, वो जो टोबैको लेता है उसके वो दांत वगैरह निकले हुए, इस तरीके के जो प्रोग्राम्स हैं वो बहुत इंपॉर्टेंट हैं सो दैट लोगों में अवेयरनेस हो जाए। और ये स्कूल से शुरू होने चाहिए, छोटे बच्चों से शुरू होना चाहिए कि हाउ टू स्टे अवे फ्रॉम ड्रग्स। फैमिलीज़ को इन्वॉल्व करना चाहिए, सोसाइटीज़ को इन्वॉल्व करना चाहिए, बिकॉज दिस इज़ अ सोशल क्राइम। इट इज़ नॉट लाइक किसी ने किसी को डंडा मारा या गोली चला दी आप उसको पकड़ के ले आओ। यहाँ तो कोई बताता ही नहीं है बिकॉज बोथ साइड्स आर अर्निंग। बेचने वाला भी पैसे कमा रहा है, खरीदने वाले को तो चीज़ चाहिए खाने के लिए। सो नोबडी वांट्स टू टेल अगेंस्ट देम। वी हैव टू ब्रेक नॉट ओनली द प्रोडक्शन एरिया, वी हैव टू ब्रेक द डिस्ट्रीब्यूशन सिस्टम एंड वी हैव टू वर्क विद द विक्टिम टू इम्प्रूव हिज health, to improve his attitude, to improve his approach to life. सर एक पंजाब में पारंपरिक नशे को भी जो है डिमांड चल रही है कि इसको लीगलाइज कर दिया जाए, भांग वगैरह, पोस्ट वगैरह, अफीम खास तौर पर। मेरी पर्सनल ओपिनियन ये है कि गवर्नमेंट शुड नॉट गेट इनटू प्रोविजन ऑफ अल्कोहल, ड्रग्स, अदर थिंग्स। ये गवर्नमेंट का काम नहीं है। इससे क्या कम नहीं होगा पंजाब में कंजप्शन? कंजम्पशन तभी कम होगा जब हम होगा, लोगों के पास पुलिस का डर नहीं होगा। बट व्हाई शुड गवर्नमेंट डू इट? गवर्नमेंट शुड नॉट इंट्रोड्यूस ड्रग्स इनटू द पब्लिक। कल कोई मैं सुन रहा था, कोई पार्टी कह रही है कि यहाँ जो अल्कोहल है उसके ठेके सरकार खोलेगी। सरकार का काम है लोगों को शराब पिलाना। These are things which are left to the public. ਸਰ ਹਰ ਸਿਆਸੀ ਪਾਰਟੀ ਕਹਿੰਦੀ ਹੈ ਪੰਜਾਬ ਇੱਕ ਬਾਰਡਰ ਸਟੇਟ ਹੈਗੀ ਹੈ ਤੇ ਵੱਧ ਤੋਂ ਵੱਧ ਜਿਹੜਾ ਨਸ਼ਾ ਆ ਰਿਹਾ ਹੈ ਬਾਰਡਰਸ ਦੇ ਥਰੂ ਆ ਰਿਹਾ ਹੈਗਾ ਆ, ਇਹਨੂੰ ਕਿਸ ਤਰੀਕੇ ਨਾਲ ਰੋਕਾ ਜਾਏਗਾ? ਕਿਉਂਕਿ ਇਹ ਰੋਕਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। I have just explained to you that जो हेरोइन है
वो अफ़गानिस्तान से वाया पाकिस्तान आ रही है। यहाँ भी नहीं पहुँची, वो गुजरात तक भी पहुँच गए थे शिप लोड्स। तो दिस हेरोइन को किसी तरीके से रोकना है तो बॉर्डर पर ही रोका जा सकता है। कोरियर्स लाते थे पहले, अब ड्रोन्स लाते हैं। So the BSF and the security forces at the border are most important agencies to stop this kind of material coming from Pakistan. पाकिस्तान तो चाहता है कि हमारे यूथ खराब हो। ਸਰ ਇਹ ਤਾਂ ਹੈ ਕਿ ਆ ਰਿਹਾ ਹੈ, ਰੋਕਿਆ ਕਿੱਦਾਂ ਜਾਏਗਾ, ਰੋਕਣਾ ਕਿਸ ਤਰੀਕੇ ਨਾਲ ਹੈਗਾ ਹੈ, ਇਹਦਾ ਕੋਈ ग्राउंड प्लान तो चाहिए होगा। ग्राउंड प्लान BSF ने बनाया हुआ है, उनके साथ सेपरेटली आपकी बात करवा देंगे। दे नो हाउ टू स्टॉप दिस एट द बॉर्डर एंड दे विल डू इट। I have remained in the BSF. I have seen how they work, and once the instructions are given to them, they will definitely stop it. They already started, in fact, with higher technology and more patrolling, better control at the borders. I hope we have been able to satisfy your queries. You're welcome. Thank you very much.